ਉੱਚਾ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਸੁਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ, ਆਓ ਅੱਜ 125 ਅੰਗ ਦੇ ਉੱਪਰ ਗੁਰੂ ਸਾਹਿਬ ਤੋਂ ਪ੍ਰਸ਼ਾਦ ਲਈਏ, ਗੁਰਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਆਓ ਪਹਿਲਾਂ ਅਰਦਾਸ ਕਰੀਏ। ਹੇ ਅਕਾਲ ਪੁਰਖ, ਸ੍ਰਿਸ਼ਟੀ ਦੇ ਮਾਲਕ, ਅਗੰਮ ਅਗੋਚਰ ਨਿਰੰਕਾਰ, ਸਾਡੇ ਤੇ ਕਿਰਪਾ ਕਰੋ। ਕਿਰਪਾ ਕਰੋ ਕਿ ਸਾਨੂੰ ਬਾਣੀ ਪੜ੍ਹਨੀ, ਸਮਝਣੀ ਅਤੇ ਕਮਾਉਣੀ ਆ ਜਾਵੇ। ਬਾਣੀ ਅਨੁਸਾਰ ਸਾਨੂੰ ਚੱਲਣਾ ਆ ਜਾਵੇ। ਇਹੋ ਜਿਹੀ ਕਿਰਪਾ ਸਾਡੇ ਉੱਪਰ ਕਰ ਦਿਓ। ਮਾਸ ਰਾਗ ਦੇ ਵਿੱਚ ਤੀਸਰੇ ਪਾਤਸ਼ਾਹੀ ਦੀ ਬਾਣੀ ਹੈ। 2 ਸ਼ਬਦ ਅੱਜ ਅਸੀਂ ਕਰਨੇ ਹੈ। ਅਸ਼ਟਪਦੀਆਂ ਚੱਲ ਰਹੀਆਂ ਮਾਸ ਰਾਗ ਦੇ ਵਿੱਚ। 26 ਅਸ਼ਟਪਦੀਆਂ ਕਰ ਚੁੱਕੇ ਹਾਂ। ਅੱਜ 27 ਅਤੇ 28ਵੀਂ ਅਸ਼ਟਪਦੀ ਕਰਨੀ ਹੈ। ਗੁਰੂ ਸਾਹਿਬ ਕੀ ਕਹਿੰਦੇ, ਆਓ ਸਮਝਣ ਦੀ ਕੋਸ਼ਿਸ਼ ਕਰੀਏ। ਮਾਸ ਮਹਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀਤੋਨ ਘਟ ਅੰਤਰ, ਆਪੇ ਬਨਤ ਬਣਾਵਨਿਆ। ਫਿਰ ਰਹਾਉ ਚ ਗੁਰੂ ਸਾਹਿਬ ਕਹਿੰਦੇ ਹੈ, ਹੋਂ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਨਿਆ। ਬਾਜ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਨਿਆ। ਰਹਾਉ। ਗੁਰੂ ਸਾਹਿਬ ਕਹਿੰਦੇ, ਗੁਰਬਾਣੀ ਪੜ੍ਹ ਕੇ ਤੁਸੀਂ ਸਹਿਜ ਨੂੰ ਪ੍ਰਾਪਤ ਕਰਨਾ ਹੈ, ਮਨ ਨੂੰ ਸਹਿਜ 'ਚ ਲੈ ਕੇ ਜਾਣਾ ਹੈ। ਪਰ ਗੁਰਮੁਖ ਬਣ ਕੇ ਸਹਿਜ ਦੇ ਵਿੱਚ ਜਾਇਆ ਜਾ ਸਕਦਾ ਹੈ। ਗੁਰਬਾਣੀ ਨੂੰ ਗੁਰੂ ਸਮਝ ਕੇ, ਗੁਰਬਾਣੀ ਨੂੰ ਵੱਧ ਤੋਂ ਵੱਧ ਸਮਝ ਕੇ, ਗੁਰਬਾਣੀ ਅਨੁਸਾਰ ਚੱਲ ਕੇ ਹੀ ਸਹਿਜ ਦੇ ਵਿੱਚ ਪਹੁੰਚਣਾ ਸੀ। ਪਰ ਗੁਰੂ ਤੋਂ ਬਿਨਾਂ ਸਹਿਜ ਕੋਈ ਜਾ ਨਹੀਂ ਸਕਦਾ ਗਾ। ਸਹਿਜ ਅਵਸਥਾ ਹੀ ਸ਼ਾਂਤੀ ਦੀ ਅਵਸਥਾ ਹੈ, ਜਿੱਥੇ ਮਨ ਰੱਜ ਜਾਂਦਾ ਹੈ। ਪਰ ਪਹਿਲਾਂ ਗੁਰੂ ਵੀ ਪੂਰਾ ਹੋਣਾ ਚਾਹੀਦਾ। ਅਧੂਰਾ ਗੁਰੂ ਜਾਂ ਨਕਲੀ ਗੁਰੂ ਨਹੀਂ ਸਾਨੂੰ ਸਹਿਜ ਦੇ ਵਿੱਚ ਲਿਜਾ ਸਕਦਾ। ਜਿਹੜਾ ਪੂਰਾ ਗੁਰੂ ਦਾ ਸ਼ਬਦ ਸਾਨੂੰ ਕਣ ਕਣ ਦੇ ਵਿੱਚ ਪਰਮਾਤਮਾ ਦੀ ਜੋਤ ਦਿਖਾਉਂਦਾ। ਹਰੇਕ ਸਰੀਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ, ਜਿੰਨੇ ਵੀ ਸਰੀਰ ਹੈ, ਇਨਸਾਨਾਂ ਤੋਂ ਬਿਨਾਂ ਦੂਸਰੇ ਜੀਵ ਹੀ ਜਿੰਨੇ, ਛੋਟੇ ਜੀਵ ਤੋਂ ਲੈ ਕੇ ਵੱਡੇ ਜੀਵ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ, ਹਰੇਕ ਸਰੀਰ ਦੇ ਵਿੱਚ ਏਕਮ ਦੀ ਜੋਤ ਹੈ। ਉਸ ਜੋਤ ਦੇ ਨਾਲ ਮੈਂ ਬੋਲ ਰਿਹਾ। ਉਹ ਜੋਤ ਨਿਕਲੂਗੀ ਤਾਂ ਆਦਮੀ ਖਤਮ ਹੋ ਜਾਂਦਾ ਹੈ। ਇਵੇਂ ਹੀ ਪਸ਼ੂ ਪੰਛੀਆਂ 'ਚੋਂ ਵੀ ਨਿਕਲਦੀ ਹੈ, ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ, ਸਰੀਰ ਨਸ਼ਟ ਹੋ ਜਾਂਦਾ ਹੈ। ਪਰ ਹੈ ਇੱਕਾ ਜੋਤ। ਏਕਾ ਜੋਤ, ਜੋਤ ਹੈ ਸਰੀਰਾ। ਸਰੀਰਾ ਮਤਲਬ ਸਾਰੇ ਟੋਟਲ ਸਰੀਰ। ਜੋ ਵੀ ਤੁਹਾਨੂੰ ਜੀ ਜੰਤ ਤੁਰੇ ਫਿਰਦੇ ਦਿਖਦੇ ਆ, ਸਭ ਦੇ ਵਿੱਚ ਜੋਤ ਆ ਉਹਦੀ। ਸ਼ਬਦ ਦਿਖਾਏ ਸਤਿਗੁਰ ਪੂਰਾ। ਪਰ ਪੂਰਾ ਸਤਿਗੁਰ ਇਹ ਤੁਹਾਨੂੰ ਚੀਜ਼ਾਂ ਸਮਝਾਊਗਾ।
ਜਿਹੜਾ ਨਕਲੀ ਗੁਰੂ ਉਹ ਤਾਂ ਖੁੱਲਾ 2 ਅੱਖਰ ਬਸ ਜੱਪੀ ਚੱਲ, ਕੁਛ ਨਹੀਂ ਹੁੰਦਾ ਉਹਦੇ ਨਾਲ। ਪਹਿਲਾਂ ਜੋਤ ਸਭ ਥਾਂ ਵਸਤੀ ਦਿਖਦੀ ਹੈ, ਸਮਝ ਆਉਂਦੀ ਹੈ। ਸਭ ਮੇਂ ਜੋਤ ਜੋਤ ਮੈਂ ਸੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਨਾਲ ਇਹ ਜੋਤ ਨੂੰ ਵੇਖਣਾ, ਫਿਰ ਉਸ ਜੋਤ ਨੂੰ ਮਨ 'ਚ ਵਸਾ ਸਕਦੇ ਆ, ਸਮਝ ਸਕਦੇ ਆ। ਆਪੇ ਫਰਕ ਕਿਤੋਂ ਘਟ ਅੰਤਰ, ਆਪੇ ਬੰਤ ਬਣਾਵਣਾ। ਫਿਰ ਗੁਰੂ ਸਾਹਿਬ ਕਹਿੰਦੇ ਹਰੇਕ ਸਰੀਰ ਨੂੰ ਅਲੱਗ-ਅਲੱਗ ਬਣਾਇਆ, ਕਿਸੇ ਨੂੰ ਕੀੜਾ ਮਕੌੜਾ ਪਸ਼ੂ ਪੰਛੀ ਬਣਾਇਆ, ਸਾਨੂੰ ਇਨਸਾਨ ਬਣਾਇਆ। ਪਰ ਉਹਨਾਂ 'ਚ ਇਨਸਾਨਾਂ 'ਚ ਹੀ ਸਭ 'ਚ ਫਰਕ ਹੈ। ਇਨਸਾਨ ਦੀ ਸ਼ਕਲ ਨਹੀਂ ਰਲਦੀ, ਨਾ ਉਹਨਾਂ ਦੀ ਅੰਦਰ ਦੀ ਅਕਲ ਰਲਦੀ ਹੈ, ਸਭ 'ਚ ਫਰਕ ਹੈਗਾ। ਪਰ ਜੋਤ ਸਭ ਦੇ ਵਿੱਚ ਹੀ ਹੈ। ਜੋਤ ਮੱਛਰ 'ਚ ਵੀ ਹੈ, ਮੱਖੀ 'ਚ ਵੀ ਹੈ, ਪਸ਼ੂ ਪੰਛੀ 'ਚ ਵੀ ਹੈ। ਪਰ ਕਹਿੰਦੇ ਆਪੇ ਫਰਕ ਕਿਤੋਂ। ਹੁਣ ਹਰੇਕ ਇਨਸਾਨ ਦੀ ਸ਼ਕਲ ਨਹੀਂ ਰਲਦੀ, ਨਾ ਹੀ ਮਨ ਰਲਦਾ ਅੰਦਰੋਂ। ਕੋਈ ਸ਼ਾਂਤ ਸੁਭਾਅ ਦਾ ਹੁੰਦਾ, ਕੋਈ ਗੁੱਸੇ ਸੁਭਾਅ ਦਾ ਹੁੰਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਉਹਨੇ ਆਪ ਹੀ ਸਭ ਫਰਕ ਪਾਇਆ ਹੈਗਾ, ਕਿਉਂਕਿ ਅੰਦਰ ਜੋਤ ਹੈ ਜਿਹੜੀ, ਉਸ ਜੋਤ ਦੇ ਅਨੁਸਾਰ ਚੱਲਦੇ ਹੈ। ਪਸ਼ੂਆਂ ਦਾ ਸੁਭਾਅ ਵੀ ਨਹੀਂ ਰਲਦਾ। ਪਸ਼ੂ ਵੀ ਕਈ ਬੜੇ ਵਧੀਆ ਸੁਭਾਅ ਦੇ ਹੁੰਦੇ, ਕਈ ਬੜੇ ਅਲੱਗ ਸੁਭਾਅ ਦੇ ਹੁੰਦੇ ਆ, ਭੱਜਦੇ ਆ, ਨੱਸਦੇ ਆ, ਕਈ ਆਰਾਮ ਨਾਲ ਖੜੇ ਰਹਿੰਦੇ ਆ। ਸਭ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਉਹਨੇ ਫਰਕ ਪਾਇਆ, ਬਣਾਇਆ ਵੀ ਆਪ ਹੈ ਸਭ ਨੂੰ। ਪਰ ਗੁਰੂ ਸਾਹਿਬ ਕਹਿੰਦੇ ਉਹ ਜਿਹੜਾ ਜੋਤ ਹੈ, ਸੱਚਾ ਹੈ, ਹਰੀ ਪਰਮਾਤਮਾ ਹੈ, ਸਭ ਦੇ ਵਿੱਚ ਪਰਮਾਤਮਾ ਵਸ ਰਿਹਾ। ਹੁਣ ਬਾਣੀ ਨੂੰ ਸਮਝ ਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਆ। ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰਬਾਣੀ ਨੂੰ ਸਮਝ ਕੇ ਉਹਦੇ ਗੁਣ ਗਾਉਣੇ ਲੱਗ ਜੂ, ਮੈਂ ਉਹ ਤੋਂ ਵਾਰਨੇ ਜਾਣਾ ਹੈ, ਸਦਕੇ ਜਾਣਾ ਹੈ, ਉਹਨੂੰ ਸ਼ਾਬਾਸ਼ ਦਿੰਦੇ ਆ ਗੁਰੂ ਸਾਹਿਬ। ਹੋਂ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਹੁਣ ਬਾਣੀ ਪੜ੍ਹ ਕੇ ਸਮਝ ਕੇ ਸਾਨੂੰ ਹਰੀ ਪਰਮਾਤਮਾ ਦੀ ਸਮਝ ਆਊ, ਫਿਰ ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੰਦਾ ਮਨ। ਤੂੰ ਹੀ ਤੇਰਾ ਤੇਰਾ ਕਹਿੰਦਾ, ਵਾਹ ਵਾਹ ਕਹਿੰਦਾ ਉਹਦੀ। ਤੇ ਗੁਰੂ ਸਾਹਿਬ ਕਹਿੰਦੇ ਜਿਵੇਂ ਜਿਵੇਂ ਸੱਚੇ ਦੇ ਗੁਣ ਗਾਓਗੇ, ਸਹਿਜ ਦੇ ਵਿੱਚ ਜਾਣਾ ਸ਼ੁਰੂ ਹੋ ਜੂ, ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ। ਬਾਜ ਗੁਰੂ ਕੋ ਸਹਿਜ ਨਾ ਪਾਈ, ਗੁਰਮੁਖ ਸਹਿਜ ਸਮਾਵਨਿਆ ਰਹਾਓ। ਗੁਰੂ ਸਾਹਿਬ ਕਹਿੰਦੇ ਭਾਈ ਪਰਮਾਤਮਾ ਦੇ ਗੁਣ ਗਾ ਗਾ ਕੇ, ਸਿਫਤਸਲਾਹ ਕਰਕੇ ਮਨ ਸ਼ਾਂਤ ਹੋ ਜਾਂਦਾ, ਮਨ ਰੱਜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ। ਤੇ ਗੁਰੂ ਤੋਂ ਬਿਨਾਂ ਸਹਿਜ ਨਹੀਂ, ਪਰ ਗੁਰੂ ਵੀ ਪੂਰਾ ਹੋਣਾ ਚਾਹੀਦਾ। ਗੁਰੂ ਅੱਜ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਪਰ ਇਹਦੀ ਬਾਣੀ ਨੂੰ ਕੋਈ ਸਮਝਦਾ ਹੀ ਘੱਟ, ਵਿਰਲੇ ਸਮਝਦੇ ਆ, ਤੇ ਵਿਰਲੇ ਹੀ ਇਹਦੇ ਅਨੁਸਾਰ ਚੱਲਦੇ ਆ, ਤੇ ਵਿਰਲੇ ਹੀ ਫਿਰ ਸਹਿਜ 'ਚ ਜਾਂਦੇ ਆ। ਅਸੀਂ ਬਾਣੀ ਪੜ੍ਹ ਕੇ ਸਹਿਜ ਨੂੰ ਪ੍ਰਾਪਤ ਕਰਨਾ ਹੈ। ਸਹਿਜ ਕੀ ਹੈ? ਮਨ ਦਾ ਟਿਕਾਓ, ਮਨ ਰੱਜ ਜਾਣਾ, ਇਛਾਵਾਂ ਕਾਬੂ ਆ ਜਾਣੀਆਂ। ਗੁਰਮੁਖ ਸਹਿਜ ਸਮਾਵਣਿਆ, ਪਰ ਸਹਿਜ ਦੀ ਵਾਸਾ ਦੇ ਵਿੱਚ ਪੂਰਾ ਗੁਰਮੁਖ ਜਾਂਦਾ ਹੈ, ਜਿਹੜਾ ਖੁਦ ਆਪ ਗੁਰਬਾਣੀ ਨੂੰ ਸਮਝਦਾ, ਸਾਰਾ ਗ੍ਰੰਥ ਸਾਹਿਬ ਵੱਧ ਤੋਂ ਵੱਧ ਸਮਝਦਾ ਅਤੇ ਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦਾ, ਉਹ ਸਹਿਜ ਸਮਾ ਜਾਂਦਾ ਅਤੇ ਉਹ ਗੁਰਮੁਖ ਬਣ ਜਾਂਦਾ ਹੈ। ਤੂੰ ਆਪੇ ਸੋਹੇ ਆਪੇ ਜਗ ਮੋਹੇ, ਤੂੰ ਆਪੇ ਨਦਰੀ ਜਗਤ ਪ੍ਰੋਭੇ, ਤੂੰ ਆਪੇ ਦੁੱਖ ਸੁਖ ਦੇਵੇ ਕਰਤੇ, ਗੁਰਮੁਖ ਹਰ ਦੇਖਾਵਣਿਆ। ਗੁਰੂ ਸਾਹਿਬ ਕਹਿੰਦੇ ਇਸ ਦੁਨੀਆ ਦੇ ਵਿੱਚ ਤੂੰ ਆਪ ਹੀ ਸਭ ਦੇ ਵਿੱਚ ਬੈਠ ਕੇ ਹਰੇਕ ਚੀਜ਼ ਬਣਿਆ। ਸੂਰਜ ਵੀ ਤੂੰ ਬਣਿਆ, ਧਰਤੀ ਆਕਾਸ਼ ਪਤਾਲ ਵੀ ਤੂੰ ਬਣਿਆ, ਹਰੇਕ ਜੀਵ ਵੀ ਤੂੰ ਬਣਿਆ, ਤੇ ਆਪ ਤੂੰ ਇਹ ਰਚਨਾ ਰਚ ਕੇ ਰਚੀ ਹੈ। ਬਹੁਤ ਸੁੰਦਰ ਇਹ ਰਚਨਾ ਦਿਖਾ ਦਿੱਤੀ ਹੈ। ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈ। ਜਿਵੇਂ ਜਿਵੇਂ ਆਦਮੀ ਇੱਥੇ ਵੱਡਾ ਹੁੰਦਾ ਜਾਂਦਾ ਤੇ ਪਦਾਰਥਾਂ ਵੱਲ ਉਹ ਭੱਜਦਾ ਜਾਂਦਾ, ਜੁੜਦਾ ਜਾਂਦਾ,
ਇਹ ਤੂੰ ਆਪ ਹੀ ਇਸ ਤਰ੍ਹਾਂ ਦਾ ਖੇਲ ਬਣਾਇਆ। ਤੂੰ ਆਪੇ ਨਦਰੀ ਜਗਤ ਪਰੋਵੇ, ਤੂੰ ਆਪ ਹੀ ਆਦੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ ਆਪਦੀ ਮਰਿਆਦਾ ਦੇ ਵਿੱਚ ਰੱਖਿਆ, ਆਪਦੇ ਹੁਕਮ ਦੇ ਵਿੱਚ ਰੱਖਿਆ। ਸਾਰੀ ਦੁਨੀਆ ਤੇਰੇ ਹੁਕਮ ਦੇ ਵਿੱਚ ਚੱਲ ਰਹੀ ਹੈ। ਹੁਕਮ 'ਚ ਜੀ ਪੈਦਾ ਹੁੰਦਾ ਹੈ, ਹੁਕਮ 'ਚ ਇੱਥੇ ਦੁਨੀਆ ਦੇ ਪਦਾਰਥਾਂ ਨੂੰ ਮਿਲਦੇ ਹੈ, ਅਤੇ ਮੌਤ ਵੀ ਤੇਰੇ ਹੁਕਮ 'ਚ ਆਉਂਦੀ ਹੈ। ਤੂੰ ਆਪੇ ਦੁੱਖ ਸੁੱਖ ਦੇਵੇ ਕਰਤੇ, ਗੁਰਮੁਖ ਹਰ ਦਿਖਾਵਨਿਆ। ਪਰ ਗੁਰਮੁਖ ਨੂੰ ਇਹ ਸਾਰੀ ਸਮਝ ਆ ਜਾਂਦੀ ਹੈ ਵੀ ਤੂੰ ਆਪ ਹੀ ਸਭ ਦੁੱਖ ਸੁੱਖ ਸਭ ਨੂੰ ਦੇ ਰਿਹਾ। ਹਰੇਕ ਆਦਮੀ ਦੇ ਜੀਵਨ 'ਚ ਸੁੱਖ ਵੀ ਆਉਂਦੇ ਆ, ਦੁੱਖ ਵੀ ਆਉਂਦੇ ਆ, ਤੇ ਪਰ ਗੁਰੂ ਦੇ ਰਾਹੀਂ ਜਿਹੜੇ ਤੈਨੂੰ ਦੇਖ ਲੈਂਦੇ ਆ, ਤੇਰੇ ਹੁਕਮ ਨੂੰ ਸਮਝ ਲੈਂਦੇ ਆ, ਤੇਰੇ ਦਰਸ਼ਨ ਕਰ ਲੈਂਦੇ ਆ, ਉਹ ਫਿਰ ਦੁੱਖਾਂ ਸੁੱਖਾਂ ਤੋਂ ਉੱਪਰ ਹੋ ਜਾਂਦੇ, ਉਹਨੂੰ ਦੁੱਖ ਲੱਗਦੇ ਨਹੀਂ ਹੈ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਨਿਆ। ਤੁਸਾਂ ਕਹਿੰਦੇ ਬਾਣੀ ਪੜ੍ਹ ਕੇ ਪਤਾ ਲੱਗਦਾ ਵੀ ਪਰਮਾਤਮਾ ਹੀ ਸਭ ਕੁਝ ਕਰਨ ਕਰਾਉਣ ਵਾਲਾ, ਕਰਤਾ ਵੀ ਹੈ ਅਤੇ ਪੁਰਖ ਵੀ ਹੈ। ਸਭ ਕੁਝ ਕਰ ਰਿਹਾ ਅਤੇ ਕਰਵਾ ਵੀ ਰਿਹਾ, ਦਿਨ ਰਾਤ ਆਪ ਬਣਾ ਰਿਹਾ ਉਹ, ਅਤੇ ਸਭ ਜੀਆਂ ਨੂੰ ਵੱਖ ਵੱਖ ਧੰਦੇ ਲਾਇਆ ਉਹਨੇ, ਅਤੇ ਸਭ ਜੀਆਂ ਦੇ ਅੰਦਰ ਵੀ ਵਸ ਰਿਹਾ। ਜੀਆਂ ਦੇ ਅੰਦਰ ਵਸ ਕੇ ਕਰ ਤੇ ਕਰਵਾ ਰਿਹਾ। ਆਪੇ ਸ਼ਬਦ ਗੁਰ ਮਨ ਵਸਾਏ। ਪਰ ਗੁਰੂ ਦੇ ਰਾਹੀਂ ਵੀ ਆਪ ਬੋਲ ਰਿਹਾ, ਗੁਰਬਾਣੀ ਵੀ ਆਪ ਲਿਖਣ ਵਾਲਾ ਤੇ ਲਿਖਾਉਣ ਵਾਲਾ ਤੂੰ ਹੀ ਹੈ। ਆਪ ਹੀ ਗੁਰੂ ਦਾ ਸ਼ਬਦ ਬਣ ਕੇ ਮਨਾਂ ਦੇ ਵਿੱਚ ਵੀ ਵਸ ਜਾਂਦਾ। ਜਿਹੜੇ ਬਾਣੀ ਨੂੰ ਸਮਝਦੇ ਹੈ ਉਹਨਾਂ ਦੇ ਅੰਦਰ ਤੂੰ ਵਸ ਵੀ ਜਾਂਦਾ ਹੈਗਾ। ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਨਿਆ। ਗੁਰੂ ਦੇ ਸ਼ਬਦ ਦੇ ਰਾਹੀਂ ਅੰਮ੍ਰਿਤ ਬਾਣੀ ਦੀ ਸਮਝ ਆਉਂਦੀ ਹੈ। ਸਾਡੇ ਬੋਲ ਵੀ ਵਧੀਆ ਹੋ ਜਾਂਦੇ ਆ, ਨਿੰਦਾ ਚੁਗਲੀ ਤੋਂ ਅਸੀਂ ਬਚ ਜਾਂਦੇ ਹਾਂ। ਬਾਣੀ ਪੜ੍ਹ ਕੇ ਸਾਨੂੰ ਪਰਮਾਤਮਾ ਦੀਆਂ ਸਿਫਤਾਂ ਗੁਣ ਗਾਣੇ ਆ ਜਾਂਦੇ ਆ, ਉਹਦਾ ਕੀਰਤਨ ਕਰਨਾ ਆ ਜਾਂਦਾ ਹੈ। ਜਿਵੇਂ ਜਿਵੇਂ ਅੰਮ੍ਰਿਤ ਬਾਣੀ ਦੀ ਸਮਝ ਆਉਂਦੀ ਹੈ, ਬਾਣੀ ਅੰਦਰ ਸੋਚ ਵਿਚਾਰ ਹੁੰਦੀ ਹੈ ਸਾਡੇ ਅੰਦਰ, ਉਵੇਂ ਉਵੇਂ ਪਰਮਾਤਮਾ ਦੀ ਸਮਝ ਆਉਂਦੀ ਜਾਂਦੀ ਹੈ, ਅਤੇ ਉਹਦੀ ਸਿਫਤਾਂ ਆਦਮੀ ਕਰਨ ਲੱਗ ਜਾਂਦਾ, ਅਤੇ ਆਪ ਵੀ ਕਰਦਾ, ਅਤੇ ਆਖ ਸੁਣਾਉਣਿਆ ਦੂਜੇ ਨੂੰ ਵੀ ਸੁਣਾਉਂਦਾ, ਅਤੇ ਦੂਜੇ ਨੂੰ ਵੀ ਕਹਿੰਦਾ ਵੀ ਸਿਫਤਾਂ ਕਰੀਏ। ਅਸੀਂ ਵੀ ਗੁਰਮੁਖ ਬਣਨਾ, ਪਰਮਾਤਮਾ ਦੀ ਸਿਫਤਾਂ ਕਰਨੀ ਹੈ, ਅਤੇ ਦੂਸਰਿਆਂ ਨੂੰ ਵੀ ਕਹਿਣਾ ਵੀ ਸਿਫਤਾਂ ਕਰੀਏ। ਇਹ ਸਿਫਤਾਂ ਕਰ ਕਰਕੇ ਹੀ ਪਰਮਾਤਮਾ ਨਾਲ ਜੁੜਿਆ ਜਾ ਸਕਦਾ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਨਿਆ। ਪਰਮਾਤਮਾ ਆਪ ਹੀ ਸਭ ਜੀਆਂ ਨੂੰ ਪੈਦਾ ਕਰਨ ਵਾਲਾ ਹੈ। ਧਰਤੀ ਨੂੰ ਵੀ ਪੈਦਾ ਕਰਨ ਵਾਲਾ ਹੈ, ਸੂਰਜ ਆਕਾਸ਼ ਪਤਾਲ ਨੂੰ ਵੀ, ਚੰਦਰਮਾ ਤਾਰੇ ਨੂੰ ਪੈਦਾ ਕਰਨ ਵਾਲਾ ਹੈ, ਸਾਰੇ ਜੀਆਂ ਨੂੰ ਪੈਦਾ ਕਰਨ ਵਾਲਾ ਹੈ। ਆਪੇ ਭੁਗਤਾ, ਆਪ ਹੀ ਉਹਨਾਂ ਦੇ ਵਿੱਚ ਬੈਠ ਕੇ ਭੋਗ ਰਿਹਾ ਹਰੇਕ ਜੀਵ ਦੇ ਵਿੱਚ। ਬੰਧਨ ਤੋੜੇ ਸਦਾ ਹੈ ਮੁਕਤਾ। ਪਰ ਜਿਹੜੇ ਉਸ ਨਾਲ ਜੁੜ ਜਾਂਦੇ ਹੈ ਉਹਦੇ ਬੰਧਨ ਟੁੱਟ ਜਾਂਦੇ ਹੈ। ਆਪ ਹੀ ਜੀਵਾਂ ਦੇ ਵਿੱਚ ਵਸ ਕੇ ਤੂੰ ਉਹਨਾਂ ਦੇ ਬੰਧਨ ਤੋੜਦਾ, ਪੰਜੇ ਉਹਨਾਂ ਦੇ ਕਾਬੂ ਆ ਜਾਂਦੇ ਆ, ਅਤੇ ਤੂੰ ਆਪ ਬੰਧਨਾਂ ਤੋਂ ਮੁਕਤ ਰਹਿਣਾ। ਜਿਹੜਾ ਤੇਰੇ ਨਾਲ ਜੁੜਦਾ ਉਹ ਵੀ ਬੰਧਨਾਂ ਤੋਂ ਮੁਕਤ ਹੋ ਜਾਂਦਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਨਿਆ। ਗੁਰਬਾਣੀ ਪੜ੍ਹ ਕੇ ਪਤਾ ਲੱਗਦਾ ਵੀ ਤੂੰ
ਸਦਾ ਮੁਕਤ ਹੈ, ਅਸੀਂ ਸਦਾ ਬੰਦੀ ਹੈ। ਆਦਮੀ ਸਦਾ ਪੰਜਾਂ 'ਚ ਬੰਦਾ ਰਹਿੰਦਾ, ਜਨਮ ਤੋਂ ਲੈ ਕੇ ਮੌਤ ਤੱਕ ਬੱਝਾ ਰਹਿੰਦਾ। ਪਰ ਤੂੰ ਸਦਾ ਮੁਕਤ ਰਹਿਣਾ ਹੈ। ਤੇਰੇ ਨਾਲ ਜੁੜਨ ਵਾਲੇ, ਤੇਰੇ ਨਾਲ ਪਿਆਰ ਪਾਉਣ ਵਾਲੇ ਵੀ ਮੁਕਤ ਹੋ ਜਾਂਦੇ। ਆਪੇ ਅਲੱਖ ਲਿਖਾਣਾ, ਆਪ ਹੀ ਆਪਦਾ ਸਰੂਪ ਜੀਵਾਂ ਨੂੰ ਗੁਰੂ ਦੇ ਰਾਹੀਂ ਸਮਝਾ ਦਿੰਦਾ, ਦੱਸ ਦਿੰਦਾ। ਜਿਹੜੇ ਬਾਣੀ ਸਮਝਦੇ ਉਹਨਾਂ ਨੂੰ ਤੇਰੇ ਕਣ ਕਣ 'ਚ ਵਸਦੇ ਦੀ ਸਮਝ ਆ ਜਾਂਦੀ ਹੈ ਵੀ ਤੂੰ ਕਿਵੇਂ ਕਣ ਕਣ 'ਚ ਵਸਦਾ। ਸਭ ਤਾਂ ਤੈਨੂੰ ਦੇਖ ਲੈਂਦੇ ਹੋ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ। ਆਪੇ ਗੁਣ ਦਾਤਾ ਗੁਣ ਗਾਵੇ ਆਪੇ, ਆਖ ਸੁਣਾਵਨਿਆ। ਆਪ ਹੀ ਮਾਇਆ ਹੈ ਵੀ ਪੈਦਾ ਕੀਤੀ ਹੈ। ਮਾਇਆ ਵੀ ਤੇਰੇ ਅੰਦਰ ਹੈ, ਪੰਜੇ ਵਿਕਾਰ ਵੀ ਤੇਰੇ ਅੰਦਰ ਹੈ, ਉਹ ਵੀ ਤੂੰ ਹੀ ਪੈਦਾ ਕੀਤੇ। ਆਪੇ ਛਾਇਆ, ਤੇ ਉਸਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ। ਫਿਰ ਮਾਇਆ ਨੂੰ ਪਾਵਰ ਹੀ ਤੂੰ ਦਿੱਤੀ ਹੈ, ਹਰੇਕ ਨੂੰ ਆਪਦੇ ਕੈਦ ਦੇ ਵਿੱਚ ਕਰ ਲੈਂਦੀ ਹੈ। ਇਹ ਤੇਰੀ ਹੁਕਮ ਦੇ ਵਿੱਚ ਚੱਲ ਰਹੀ ਹੈ। ਪੈਦਾ ਵੀ ਤੂੰ ਕੀਤੀ ਹੈ, ਤੈਨੂੰ ਪਾਵਰ ਵੀ ਦਿੱਤਾ ਹੈ, ਪ੍ਰਭਾਵ ਵੀ ਇਹ ਪਾ ਲੈਂਦੀ ਸਭ ਦੇ ਉੱਪਰ। ਆਪੇ ਮੋਹ ਸਭ ਜਗਤ ਉਪਾਇਆ, ਆਪੇ ਗੁਣ ਦਾਤਾ ਗੁਣ ਗਾਵੇ, ਆਪੇ ਆਖ ਸੁਣਾਵੇ। ਬਾਣੀ ਪੜ੍ਹ ਕੇ ਪਤਾ ਲੱਗਦਾ ਹੈ ਪਰਮਾਤਮਾ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ। ਉਹਨੇ ਖੇੜੀ ਇਹੋ ਜਿਹੀ ਬਣਾਈ ਹੈ। ਬੱਚਾ ਜਨਮ ਲੈਣ ਸਾਰ ਹੀ ਲੋਭ ਮੋਹ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦਾ ਹੈ, ਤੇ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ। ਪਹਿਲਾਂ ਲੋਭ ਮੋਹ ਪੈਦਾ ਕਰਕੇ ਫਿਰ ਜੀਆਂ ਨੂੰ ਪੈਦਾ ਕਰੀ ਜਾਂਦਾ, ਉਹ ਵਿੱਚ ਫਸੀ ਵੀ ਜਾਂਦੇ ਆ। ਇਹ ਮਾਇਆ ਉਹਨਾਂ ਨੂੰ ਫਸਾ ਵੀ ਰਹੀ ਹੈ। ਆਪੇ ਗੁਣ ਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ। ਪਰ ਕਿਸੇ ਵੇਲਿਆਂ ਨੂੰ ਤੂੰ ਬਾਣੀ ਦੇ ਰਾਹੀਂ ਆਪਦੇ ਗੁਣ ਗਾਣੇ ਸੁਣਾ ਦਿੰਦਾ। ਜਿਹੜੇ ਗੁਣ ਗਾਣੇ ਸਿੱਖ ਜਾਂਦੇ, ਤੇਰੀ ਸਿਫਤ ਸਲਾਹ ਕਰਨੀ, ਤੇਰਾ ਜਪਣਾ ਤੇਰਾ ਸ਼ੁਰੂ ਕਰ ਦਿੰਦੇ ਆ। ਉਹ ਆਪ ਹੀ ਵਿਚਾਰਦੇ ਆ ਤੇ ਹੋਰਾਂ ਨੂੰ ਵੀ ਸੁਣਾਉਂਦੇ ਆ। ਅਸੀਂ ਇਹੋ ਜਿਹੇ ਗੁਰਸਿੱਖ ਬਣਨੇ ਆ ਵੀ ਉਸ ਪਰਮਾਤਮਾ ਨੂੰ ਸਮਝੀਏ, ਕਿਵੇਂ ਉਹਨੇ ਸਭ ਕੁਝ ਬਣਾਇਆ, ਕਿਵੇਂ ਸਭ ਦੇ ਵਿੱਚ ਵਸ ਰਿਹਾ। ਉਸ ਮੂਲ ਨੂੰ ਜਾਣਨਾ, ਉਹਦੇ ਗੁਣ ਗਾ ਗਾ ਕੇ ਉਹਦੇ ਨਾਲ ਪਿਆਰ ਪੈਦਾ ਹੋਣਾ, ਉਹਦੀ ਸਿਫਤ ਸਲਾਹ ਕਰਕੇ ਉਹਦੇ ਨਾਲ ਪਿਆਰ ਪੈਦਾ ਹੁੰਦਾ, ਉਹਦੇ ਭਾਣੇ ਨੂੰ ਮੰਨਣਾ ਹੁੰਦਾ। ਆਪੇ ਕਰੇ ਕਰਾਏ ਆਪੇ, ਆਪੇ ਥਾਪ ਉਥਾਪੇ ਆਪੇ। ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ। ਗੁਰਬਾਣੀ ਨੂੰ ਜਿਵੇਂ ਜਿਵੇਂ ਸਮਝਦੇ ਆ, ਸਭ ਇੱਕ ਸਮਝ ਆਉਂਦੀ ਜਾਂਦੀ ਵੀ ਪਰਮਾਤਮਾ ਹੀ ਸਭ ਕੁਝ ਆਪੇ ਆਪ ਹੈ। ਸਭ ਜੀਆਂ ਦੇ ਵਿੱਚ ਵਸ ਕੇ ਬੈਠਾ ਹੈ, ਉਹ ਆਪ ਹੀ ਉਹਨਾਂ ਦੇ ਰਾਹੀਂ ਆਪ ਕਰ ਰਿਹਾ, ਆਪ ਹੀ ਜੀਵਾਂ ਪਾਸੋਂ ਕਰਾ ਰਿਹਾ। ਆਪੇ ਥਾਪ ਉਥਾਪੇ ਆਪੇ, ਆਪ ਹੀ ਪਰਮਾਤਮਾ ਆਪਦੀ ਰਚਨਾ ਰਚ ਕੇ ਨਾਸ ਕਰ ਦਿੰਦਾ ਹੈ। ਹੁਣ ਜੀ ਨੂੰ ਪੈਦਾ ਵੀ ਕਰਦਾ ਤੇ ਖਤਮ ਵੀ ਕਰਦਾ। ਕਦੇ ਹੋਇਆ ਨਹੀਂ ਕੋਈ ਆਦਮੀ ਪੈਦਾ ਹੋ ਗਿਆ ਹੋਵੇ ਤੇ ਉਹਦੀ ਮੌਤ ਨਾ ਹੋਈ ਹੋਵੇ। ਇਵੇਂ ਧਰਤੀ ਵੀ ਪੈਦਾ ਹੋਈ ਹੈ, ਇਹ ਵੀ ਉਸਨੇ ਬਣਾਈ ਹੈ, ਇਹ ਵੀ ਖਤਮ ਹੋਊਗੀ। ਸੂਰਜ ਵੀ ਪੈਦਾ ਹੋਇਆ, ਇਹ ਵੀ ਕਦੇ ਖਤਮ ਹੋਊ, ਪਰ ਇਹਦੀ ਉਮਰ ਬਹੁਤ ਲੰਬੀ ਹੈ, ਸਾਡੀ ਉਮਰ ਬਹੁਤ ਛੋਟੀ ਹੈ। ਆਪ ਹੀ ਪੈਦਾ ਕਰਦਾ ਤੇ ਆਪ ਹੀ ਸਭ ਨੂੰ ਖਤਮ ਵੀ ਕਰਦਾ। ਪਰ ਇਹ ਸਮਝ ਕੇ ਵੇਲੇ ਨੂੰ ਆਉਂਦੀ ਹੈ ਜਦੋਂ ਅਸੀਂ ਗੁਰਬਾਣੀ ਨੂੰ ਵੱਧ ਤੋਂ ਵੱਧ ਸਮਝਦੇ ਹਾਂ। ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ। ਹੇ ਅਕਾਲ ਪੁਰਖ, ਤੁਝ ਤੋਂ ਬਿਨਾਂ ਜਗਤ ਵਿੱਚ ਜੋ ਹੋ ਰਿਹਾ ਤੂੰ ਹੀ, ਤੇਰੇ ਹੁਕਮ 'ਚ ਹੀ ਹੋ ਰਿਹਾ, ਹੋਇਆ ਸੀ ਤੇ ਕੱਲ੍ਹ ਨੂੰ ਵੀ ਹੋਊਗਾ। ਜੋ ਤੂੰ ਕਰਾਉਣਾ ਚਾਹੁੰਦਾ ਉਹੀ ਜੀਵਾਂ ਤੋਂ ਕਰਾ ਰਿਹਾ। ਤੂੰ ਆਪੇ ਹੀ ਸਾਰੇ ਜੀਵਾਂ ਨੂੰ ਕਾਰੇ ਲਾਇਆ, ਕਿਸੇ ਨੂੰ ਭਿਖਾਰੀ ਬਣਾਇਆ, ਕਿਸੇ ਨੂੰ ਬਾਦਸ਼ਾਹ ਬਣਾਇਆ। ਕਈ ਕੋਟ ਮਾਇਆ ਮੇਂ ਚਿੰਤ,
कई कोट माया में धनवंत है। कई तो वाधू माया किसे कोले बिल्कुल रोटी खान जोगी नहीं है। सब तेरा खेल है। एक दाते एक भखारी जी तेरे चोज वडाने। ये सब कुछ तू ही है। तुझते बाहर कुछ ना है। इथों बाहर नहीं हो सकता। हुक्मे अंदर सब को बाहर हुक्म ना कोई। हुक्म दे विच ही आकार होए। धरती आकाश पताल पैदा होए। हवा पानी पैदा होया। हुक्म दे विच ही जी जंत पैदा होए। हुक्म च ही किसी नूं वड्याइयां मिलदियां, किसी नूं धक्के मिलते जा रहे हैं। तू आप ही सब नूं कारे लाया, तेरे तो बाहर कुछ नहीं है। पर जिदन ये समझ आ जाती वो आदमी तेरे नाल बहुत सौखे तरीके नाल जुड़ जाता है। आपे मारे आप जिवाए, आपे मेले मेल मिलाए। सेवा ते सदा सुख पाया, गुरमुख सहज समावने। परमात्मा आप ही गुरु दे राही आप दे नाम मिलाप करा देना। तू गुरु दे अंदर भी तू आप बोल रहे, आप ही आप दे नाम मेल कराना। पर मेल तेरे नाल गुरु तो बिना नहीं हुंदा। गुरबाणी दे अखर अखर भी तू आप बोल रहे। सेवा ते सदा सुख पाया, गुरमुख सहज समावनिया। पर जिहड़े गुरु की सेवा करते हैं, जिहड़े गुरबाणी नूं समझदे आ ते गुरबाणी अनुसार चलदे, वो सेवा करते हैं। सतगुर की सेवा की है? चित्त ना करनी है। चित्त नाल तां फिर आखा ही मन्निया जा सकता है। सतगुर की सेवा सफल है, जे को करे चित्त लाए। इत्थे गुरु साहब कहंदे जिहड़ा सेवा ते सदा सुख पाउंदा है, वो गुरमुख हुंदा है। सहज समावनिया जिहड़ा गुरु की दसी सेवा करता है, गुरबाणी नूं समझदा है, गुरबाणी अनुसार अमल करता है। गुरबाणी सानू भाणा मनन की गल करते हैं। भाणा मनदा उहदे रजा च चलदा। जिहड़ा कल्ला नाम मंगदा, होर कुछ नहीं मंगदा, वो फिर सदा सुख पाउंदा है। वो असली गुरमुख है। तो सहज च ही समा जांदा है। तो जिहड़े सहज च समा जांदे आ, गुरु उह तों वार नहीं करते। सेवा ते सदा सुख पाया। हुण गुरबाणी पढ़ के, गुरबाणी अनुसार चल के सानू सुख मिलने। पर असी केवल गुरबाणी पढ़ के ही रुक जाते हैं, तां ही सानू सुख नहीं मिलते जिहड़े मिलने चाहिए है। असी बाणी अनुसार चलण की कोशिश करनी है, गुरमुख बनना है, सहज समाउण वाला। अंदरों ही परमात्मा नाल जुड़ जाइए। सब थां परमात्मा वसदा दिसना चाहिए सानू। फिर असी पास हो सकते हैं, फिर सहज समा सकते हैं। सहज समाउण वाली असी डिग्री प्राप्त करनी है। आपे ऊंचा ऊंचो होई, जिस आप वखाले सो वेखे कोई। नानक नाम वसे घट अंतर, आपे वेख विखावन लिया। गुरु साहब कहते परमात्मा ही सब तो उच्चा है। उदों वड्डा कोई नहीं। वो अगम अगोचर है। वो सत है, श्री अकाल है। गुरबाणी नूं समझ के पता लगता ही अकाल पुरख एक ओंकार। आप ही सब तो उच्चे तो उच्चा है। उदों वड्डा कोई नहीं है। जिन्नियां उहदे च पावर है, होर किसी कोले नहीं है भी इक्को है, तो सदा रहन वाला भी है। जिस आप विखाले सो वेखे कोई। हुण असीं उहनूं सब ने उहनूं देखना है। पर गुरु साहब कहंदे आप दिखाले सो वेखे कोई। वो तो गुरु राही सब नूं विखा रहा, गुरु दे अंदर बोल रहा भी देख लो। क्योंकि उसनूं देखना औखा है, उहदा निराकार है। रूप ना रेख कुछ त्रै गुण ते प्रभ भिन्न, तिसे बजाए नानका जिस होवे सो प्रसन्न। उहदा गुरु राही सब नूं समझा रहा है। गुरबाणी सानू सब नूं समझा रही है। गुरबाणी च भी परमात्मा ही बोल रहा, पर असी बाणी नूं समझदे नहीं।
ਜਿੱਦਣ ਬਾਣੀ ਨੂੰ ਸਮਝ ਲਿਆ ਸਾਨੂੰ ਵੀ ਦੇਖਣ ਆ ਜਾਊਗਾ, ਸਭ ਥਾਂ ਉਹਦਾ ਵਸਦਾ ਮਹਿਸੂਸ ਹੋਣ ਲੱਗ ਜਾਂਦਾ। ਇਸ ਤਰ੍ਹਾਂ ਕਿਰਪਾ ਕਰਦਾ ਅਤੇ ਉਹਨੂੰ ਬਾਣੀ ਸਮਝ ਆ ਜਾਂਦੀ। ਇਸ ਕਰਕੇ ਰੋਜ਼ ਅਰਦਾਸ ਕਰਨੀ ਹੈ ਕਿ ਸਾਨੂੰ ਬਾਣੀ ਸਮਝ ਆ ਜਾਵੇ ਅਤੇ ਤੈਨੂੰ ਕਣ ਕਣ 'ਚ ਵਸਦਾ ਵੇਖਣਾ ਆ ਜਾਵੇ। ਗੁਰਬਾਣੀ ਦੀ ਸਮਝ ਆ ਗਈ, ਪਰਮਾਤਮਾ ਦੀ ਸਮਝ ਆ ਜਾਂਦੀ ਹੈ। ਜਦੋਂ ਉਹਦੀ ਸਮਝ ਆ ਜਾਂਦੀ ਹੈ ਫਿਰ ਮਨ 'ਚ ਵਸਾਉਣਾ ਬੜਾ ਸੌਖਾ ਹੋ ਜਾਂਦਾ ਉਹਨੂੰ। ਹੁਣ ਪਰਮਾਤਮਾ ਮਿਹਰ ਕਰਕੇ ਆਪਣੇ ਆਪ ਨੂੰ ਦਿਖਾਉਂਦਾ, ਇਸ ਕਰਕੇ ਅਰਦਾਸ ਕਰਨੀ ਹੈ, ਮੇਰੇ 'ਤੇ ਮਿਹਰ ਕਰੋ, ਮੈਨੂੰ ਵੀ ਦਿਖਾ ਦਿਓ ਤੂੰ ਕਿਹੋ ਜਿਹਾ, ਮੈਨੂੰ ਵੀ ਪਤਾ ਲੱਗ ਜੇ। ਸੋ ਦਰ ਕਿਹਾ ਸੋ ਕਰਕੇ ਅੱਜ ਤਵੈ ਸਰਬ ਸੰਭਾਲੇ। ਤੂੰ ਕਿੱਥੇ ਬੈਠ ਕੇ ਸਭ ਨੂੰ ਪੈਦਾ ਕਰ ਰਿਹਾ, ਕਿੱਥੇ ਬੈਠ ਕੇ ਸਭ ਨੂੰ ਪਾਲ ਰਿਹਾ, ਖੁਰਾਕ ਦੇ ਰਿਹਾ, ਕਿੱਥੇ ਬੈਠ ਕੇ ਤੂੰ ਸਭ ਨੂੰ ਖਤਮ ਵੀ ਕਰਦਾ, ਕਿੱਥੇ ਬੈਠਦਾ। ਗੁਰੂ ਸਾਹਿਬ ਕਹਿੰਦੇ ਕਿਹੜੀ ਜਗ੍ਹਾ ਨਹੀਂ ਜਿੱਥੇ ਹੈ ਨਹੀਂ ਉਹ ਤਾਂ ਸਭ ਜਗ੍ਹਾ ਹੈ, ਪਰ ਸਾਨੂੰ ਦੇਖਣਾ ਨਹੀਂ ਆਉਂਦਾ। ਦੇਖ ਤਾਂ ਸਕਦੇ ਆ ਜੇ ਗੁਰੂ ਦਾ ਗਿਆਨ ਹੋਏ। ਗਿਆਨ ਅੰਜਨ ਲੈ ਕੇ ਗਿਆਨ ਦਾ ਸੁਰਮਾ ਅੱਖਾਂ 'ਚ ਪੈਂਦਾ, ਫਿਰ ਮਨ ਦੀਆਂ ਅੱਖਾਂ ਨਾਲ ਦੇਖਿਆ ਜਾਂਦਾ ਉਹਨੂੰ। ਨਾਨਕ ਨਾਮ ਵਸੇ ਘਟ ਅੰਦਰ ਆਪੇ ਵੇਖ ਵਿਖਾਲਿਆ। ਗੁਰੂ ਸਾਹਿਬ ਕਹਿੰਦੇ ਜਿੱਦਣ ਤੁਸੀਂ ਗੁਰਬਾਣੀ ਸਮਝ ਕੇ ਉਹ ਪਰਮਾਤਮਾ ਨੂੰ ਦੇਖ ਲਿਆ, ਉਦਣ ਹੀ ਤੁਹਾਡੇ ਘਟ ਦੇ ਅੰਦਰ ਹਿਰਦੇ 'ਚ ਨਾਮ ਵਸ ਜਾਂਦਾ ਹੈ। ਜਿਵੇਂ ਜਿਵੇਂ ਉਹਦੇ ਦਰਸ਼ਨ ਹੁੰਦੇ ਜਾਂਦੇ ਆ, ਉਹਦੀ ਸਮਝ ਆਉਂਦੀ ਜਾਂਦੀ ਹੈ, ਉਹਦੀ ਯਾਦ, ਉਹਦਾ ਪਿਆਰ, ਉਹਦਾ ਨਾਮ ਮਨ 'ਚ ਵਸਦਾ ਜਾਂਦਾ। ਉਹ ਫਿਰ ਆਦਮੀ ਕਿਰਤ ਵੀ ਕਰਦਾ ਰਹਿੰਦਾ, ਉਸ ਪਰਮਾਤਮਾ ਨੂੰ ਸਭ ਥਾਂ ਵਸਦਾ ਵੇਖਦਾ ਰਹਿੰਦਾ। ਉਹਦਾ ਨਾਮ ਹੀ ਸਾਡੇ ਹਿਰਦੇ 'ਚ ਵਸ ਜਾਂਦਾ। ਜਿਵੇਂ ਜਿਵੇਂ ਨਾਮ ਵਸਦਾ ਉਵੇਂ ਉਵੇਂ ਉਹਦੇ ਦਰਸ਼ਨ ਹੁੰਦੇ ਜਾਂਦੇ ਆ। ਦਰਸ਼ਨ ਹੁੰਦੇ ਜਾਂਦੇ ਅਤੇ ਨਾਮ ਵੀ ਮਨ 'ਚ ਵਸਦਾ ਜਾਂਦਾ। ਗੁਰਬਾਣੀ ਨੂੰ ਸਮਝ ਕੇ ਅਸੀਂ ਉਸ ਪਰਮਾਤਮਾ ਨੂੰ ਦੇਖਣਾ, ਕਿਵੇਂ ਕਰਤਾ ਹੈ ਅਤੇ ਪੁਰਖ ਹੈ, ਕਿਵੇਂ ਕਰ ਅਤੇ ਕਰਾ ਰਿਹਾ, ਸਭ ਦੇ ਵਿੱਚ ਵਸ ਰਿਹਾ, ਸਭ 'ਚ ਜੋਤ ਹੈ। ਸਰੀਰ ਹੀ ਅਲੱਗ-ਅਲੱਗ ਹੈ, ਸਭ ਦੇ ਵਿੱਚ ਜੋਤ ਹੈਗੀ ਹੈ। ਇਹ ਸ਼ਬਦ ਵਿੱਚ ਬੜੀ ਡੂੰਘਾਈ ਸਮਝਾਈ ਹੈ। ਉਸ ਪਰਮਾਤਮਾ ਨੂੰ ਵੇਖਣਾ, ਅਸੀਂ ਕਣ ਕਣ 'ਚ ਵਸਦਾ ਦੇਖਣਾ, ਅਤੇ ਗੁਰਬਾਣੀ ਸਭ ਨੂੰ ਹੀ ਸਮਝਾ ਰਹੀ ਹੈ। ਪਰ ਗੁਰਬਾਣੀ 'ਤੇ ਵਿਚਾਰਾਂ ਕਰਨੀਆਂ ਪੈਂਦੀਆਂ। ਅਸੀਂ ਜ਼ਿਆਦਾ ਬਾਣੀ ਪੜ੍ਹਨ ਦੀ ਬਜਾਏ ਨੂੰ ਵਿਚਾਰਾਂ ਵਾਲੀ ਕਲਾਸ 'ਚ ਜਾਈਏ। ਬਾਣੀ ਜਿੰਨੀ ਵਿਚਾਰਾਂਗੇ ਓਨਾ ਸਾਡਾ ਫਾਇਦਾ ਹੋਊਗਾ, ਓਨਾ ਸਾਨੂੰ ਪਰਮਾਤਮਾ ਦੀ ਯਾਦ ਸੌਖੀ ਆਊਗੀ ਅਤੇ ਮਾਇਆ ਜਿਹੜੀ ਉਹਦੇ ਅੰਡਰ ਚੱਲ ਰਹੀ ਹੈ ਇਸ ਤੋਂ ਇਹ ਕਾਬੂ ਆ ਜਾਊਗੀ। ਸਹਿਜ ਅਵਸਥਾ 'ਚ ਅਸੀਂ ਚਲੇ ਜਾਵਾਂਗੇ। ਹੁਣ ਸਹਿਜ ਅਵਸਥਾ 'ਚ ਜਾਣਾ। ਸਹਿਜ ਅਵਸਥਾ ਕੀ ਹੈ? ਜਿੱਥੇ ਪੰਜੇ ਕਾਬੂ ਆ ਜਾਂਦੇ ਆ, ਹਰ ਵੇਲੇ ਪਰਮਾਤਮਾ ਯਾਦ ਆਉਣ ਲੱਗ ਜਾਂਦਾ, ਸਭ ਥਾਂ ਵਸਦਾ ਪਰਮਾਤਮਾ ਦਿਸਣ ਲੱਗ ਜਾਂਦਾ। ਉਹ ਸਹਿਜ ਦੀ ਅਵਸਥਾ ਹੈਗੀ ਹੈ। ਇਹ ਅਸੀਂ ਪਹਿਲਾ ਸ਼ਬਦ ਕੀਤਾ, 27ਵੀਂ ਅਸ਼ਟਪਦੀ ਕੀਤੀ ਹੈ। ਅੱਗੇ ਦੂਸਰੇ ਭਾਗ ਦੇ ਵਿੱਚ